ਨਾਗਰਿਕਤਾ ਸੋਧ ਕਾਨੂੰਨ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਵੀ ਸ਼ਾਮਲ ਕੀਤਾ ਜਾਵੇ। ਸੰਸਦ ਦੇ ਵਿੱਚ ਬਿੱਲ ਦੇ ਹੱਕ 'ਚ ਭੁਗਤਿਆ ਅਕਾਲੀ ਦਲ ਹੁਣ ਇਹ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕ ਰਿਹਾ ਹੈ। ਮੋਦੀ ਸਰਕਾਰ 'ਚ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਸੁਖਬੀਰ ਬਾਦਲ ਦੀ ਹਾਂ 'ਚ ਹਾਂ ਮਿਲਾਈ ਹੈ। फिर भी श्रोमणी अकाली दल चाहता है कि जिहड़ा अमेंडमेंट बिल दिता गया इहदे मुस्लिम भाईचारे का नाम जरूर होना चाहिए कि इस बिल नूं सैकुलर नेचर रहना चाहिए। इहदे वर्ड मुस्लिम जरूर ऐड करना चाहिए जे कोई है प्रोसीजर होगी। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਟੈਂਡ ਬਾਅਦ ਹਰਸਿਮਰਤ ਕੌਰ ਬਾਦਲ ਵੀ ਪਾਰਟੀ ਨਾਲ ਯਾਨੀ ਕਿ ਅਕਾਲੀ ਦਲ ਦੇ ਨਾਲ ਹੀ ਨੇ। ਇਸ ਤਰ੍ਹਾਂ ਨਾਲ ਨਾਗਰਿਕਤਾ ਸੋਧ ਕਾਨੂੰਨ ਲੈ ਕੇ ਅਕਾਲੀ ਦਲ ਆਪਣੀ ਹੀ ਭਾਈਵਾਲ ਮੋਦੀ ਸਰਕਾਰ ਖਿਲਾਫ ਖੁੱਲ੍ਹ ਕੇ ਨਿੱਤਰਦਾ ਵਿਖ ਰਹੀ ਹੈ। ਮੋਦੀ ਸਰਕਾਰ 'ਚ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੁਖਬੀਰ ਬਾਦਲ ਦੀ ਹਾਂ 'ਚ ਹਾਂ ਮਿਲਾਈ ਹੈ। मैंने सुखबीर जी ने कहा मुसलमानों को शामिल करना चाहिए बिल ਦੇ ਵਿੱਚ ਉਹਦੇ ਤੁਹਾਡਾ ਕੀ ਸਟੈਂਡ ਰਹੇਗਾ ਜੀ? ਬਿਲਕੁਲ ਠੀਕ, ਬਹੁਤ ਪਾਰਟੀ ਦਾ ਸਟੈਂਡ ਜਿਹੜਾ ਉਹ ਮੇਰਾ ਸਟੈਂਡ ਹੈ। ਮੈਂ ਤੁਸੀਂ ਬੀਜੇਪੀ ਨਾਲ ਹੋ ਜਾਂ ਤੁਸੀਂ ਆਪ ਨਾਲ? ਮੈਂ ਬੀਜੇਪੀ ਨਾਲ ਹੋ ਕਿ ਪਾਰਟੀ ਨਾਲ ਹੋ? ਸ਼੍ਰੋਮਣੀ ਅਕਾਲੀ ਦਲ ਚ ਲੋਕ ਸਭਾ ਦੇ ਵਿੱਚ ਨਾਗਰਿਕਤਾ ਸੋਧ ਬਿੱਲ ਦਾ ਸਮਰਥਨ ਕਰਨ ਵਾਲਾ ਅਕਾਲੀ ਦਲ ਹੁਣ ਸਾਂਝੀਵਾਲਤਾ ਦਾ ਸੁਨੇਹਾ ਦੇ ਕੇ ਮੁਸਲਿਮ ਭਾਈਚਾਰੇ ਨੂੰ ਬਿੱਲ ਦਾ ਹਿੱਸਾ ਬਣਾਉਣ ਦੀ ਮੰਗ ਉਠਾ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਈ ਵਾਰ ਬੋਲ ਚੁੱਕੇ ਨੇ ਕਿ ਮੁਸਲਿਮ ਲੋਕਾਂ ਨੂੰ ਬਿੱਲ 'ਚ ਸ਼ਾਮਲ ਕੀਤਾ ਜਾਵੇ। ਤੇ ਮੈਂ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ कि ਜਿਹੜਾ ਅਮੈਂਡਮੈਂਟ ਬਿੱਲ ਦਿੱਤਾ ਗਿਆ ਇਹਦੇ ਵਿੱਚ ਮੁਸਲਿਮ ਭਾਈਚਾਰੇ ਦਾ ਨਾਮ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਆਪਣਾ ਦੇਸ਼ ਦਾ ਪ੍ਰੀਐਮਬਲ ਆਪਣੇ ਦੇਸ਼ ਸੈਕੂਲਰ ਹੈ। ਆਪਣੇ ਮੈਂ ਗੁਰੂ ਸਾਹਿਬ ਦੀ ਉਦਾਹਰਨ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਆਪਣੇ ਕੌਮ ਦੇ ਹਰ ਗੁਰੂ ਘਰ ਵਿੱਚ ਇੱਕੋ ਹੀ ਅਰਦਾਸ ਹੁੰਦੀ ਹੈ, ਸਰਬੱਤ ਦੇ ਭਲੇ ਦੀ। ਅਸੀਂ ਕਿਤੇ ਨਹੀਂ ਕਿਹਾ ਸਿੱਖਾਂ ਦੇ ਭਲੇ ਦੀ ਗੱਲ ਕੀਤੀ ਜਾਂ ਅਸੀਂ ਸਰਬੱਤ ਦੇ ਭਲੇ ਦੀ कि इस बिल नूं सैकुलर नेचर रहना चाहिए। इहदे वर्ड मुस्लिम जरूर ऐड करना चाहिए जे कोई है प्रोसीजर होगी। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਦੇ ਵਿੱਚ ਬੋਲਦਿਆਂ ਵੀ ਮੁਸਲਿਮ ਭਾਈਚਾਰੇ ਨੂੰ ਬਿੱਲ ਦੇ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ਸੀ, ਪਰ ਇਸ ਸਭ ਦੇ ਬਾਵਜੂਦ ਉਹਨਾਂ ਬਿੱਲ ਦਾ ਖੁੱਲ੍ਹ ਕੇ ਸਮਰਥਨ ਵੀ ਕੀਤਾ ਸੀ। I just want to request, why don't we add the name of Muslims? Why? Wait. Even though, ma'am, there are cases of Muslims being persecuted within their religion. I will give you example of Ahmadiyya community in Punjab, where Qadian is the headquarters of Ahmadiyya community all over the world. They are the minority Muslims in Pakistan. They can't hold namaz there. Their hands are cut. They are treated like secondary citizens. And the community, all the communities, they take permission. Like we go to Nankana Sahib, they come from Pakistan to Qadian on a regular basis. And so these people. ਸਵਾਲ ਇਹ ਉੱਠਦਾ ਕਿ ਇੱਕ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸੰਸਦ ਦੇ ਵਿੱਚ ਨਾਗਰਿਕਤਾ ਸੋਧ ਬਿੱਲ ਦਾ ਸਮਰਥਨ ਕਰਦੇ ਆਪਣੀ ਭਾਈਵਾਲ ਮੋਦੀ ਸਰਕਾਰ ਦੇ ਪੱਖ 'ਚ ਭੁਗਤਦੇ ਨੇ, ਤਾਂ ਦੂਜੇ ਪਾਸੇ ਉਹੀ ਸੁਖਬੀਰ ਬਾਦਲ ਆਪਣੀ ਹੀ ਸਰਕਾਰ ਦੇ ਬਿੱਲ ਤੇ ਸਵਾਲ ਉਠਾਉਂਦੇ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕਰਨ ਦੀ ਮੰਗ ਵੀ ਕਰਦੇ ਨੇ। ਜਦੋਂ 9 ਦਸੰਬਰ ਨੂੰ ਬਿੱਲ ਲੋਕ ਸਭਾ 'ਚ ਪਾਸ ਹੋਇਆ ਤਾਂ ਅਕਾਲੀ ਦਲ ਨੇ ਬਿੱਲ ਦੇ ਹੱਕ 'ਚ ਕਿਉਂ ਵੋਟ ਪਾਈ, ਜਦੋਂ ਉਹਨਾਂ ਨੂੰ ਪਤਾ ਸੀ ਕਿ ਇਸ 'ਚ ਮੁਸਲਿਮ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਫਿਰ ਹੁਣ ਬਾਰ-ਬਾਰ ਮੁਸਲਿਮ ਭਾਈਚਾਰੇ ਦੀ ਗੱਲ ਕਰਕੇ ਅਕਾਲੀ ਦਲ ਸਾਬਤ ਕੀ ਕਰਨਾ ਚਾਹੁੰਦਾ ਹੈ, ਜਾਂ ਫਿਰ ਅਕਾਲੀ ਦਲ ਨੇ ਦਿਲ ਦੀ ਗੱਲ ਵੀ ਕਹਿ ਲਈ ਅਤੇ ਗੱਠਜੋੜ ਦੀ ਲਾਜ ਵੀ ਰੱਖ ਲਈ। ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਮੁੜ ਹੁੰਨੇ ਜਲਦ ਹਾਜ਼ਰ। ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਲਾਠੀ ਚਾਰਜ ਦੇ ਵਿਰੋਧ 'ਚ ਪ੍ਰਿਯੰਕਾ ਗਾਂਧੀ ਨੇ ਇੰਡੀਆ ਗੇਟ ਤੇ ਸੰਕੇਤਕ ਧਰਨਾ ਦਿੱਤਾ ਤੇ ਪ੍ਰਧਾਨ ਮੰਤਰੀ ਮੋਦੀ ਤੋਂ ਜਵਾਬ ਮੰਗਿਆ। ਤਾਂ ਉਧਰ ਬੀਜੇਪੀ ਨੇ
ਕਾਂਗਰਸ ਤੇ ਦੇਸ਼ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਾਏ। ਇਸ ਸਭ ਵਿੱਚ ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਨੇ। नागरिकता सोध बिल के खिलाफ पूरे देश दे विच रोस प्रदर्शन हो रहे हैं। कांग्रेस और बीजेपी इस बिल नूं लैके आमो सामने है। दिल्ली की जामिया यूनिवर्सिटी और उत्तर प्रदेश की अलीगढ़ मुस्लिम यूनिवर्सिटी के विद्यार्थियों वालों किए गए रोस प्रदर्शनों बाद बिल खिलाफ देश के वक्-वक् हिस्सों च हो रहे प्रदर्शन होर भी तिखे हो गए हैं। विद्यार्थियों के हक च कांग्रेस खुल के सामने आ गई है। प्रियंका गांधी ने सीनियर कांग्रेसी लीडरां अते वर्करां नाल इंडिया गेट विखे धरना भी दिता। देश की आत्मा पे हमला है। नौजवान है वो देश की आत्मा होती है, उसको प्रदर्शन करने का अधिकार है, आवाज उठाने का हक है। ये हक उसको संविधान ने दिया है। जब सरकार इस तरह से विश्वविद्यालय के अंदर घुसकर छात्रों पे वार करती है, मैं माँ हूँ, ये बच्चे मेरे बच्चों की उम्र के हैं, विश्वविद्यालय पढ़ने के लिए जाते हैं, शिक्षा लेने के लिए जाते हैं। आप इनकी लाइब्रेरी में घुसे हैं, इन्हें वहां से घसीट के आपने पीटा है। हमारा देश एक लोकतंत्र है, ये तानाशाही नहीं है। कांग्रेस पार्टी, कांग्रेस का एक एक लीडर, एक एक कार्यकर्ता संविधान के लिए लड़ेगा, इस सरकार की तानाशाही के खिलाफ लड़ेगा, जवाब मांगेगा और छात्र छात्राओं के साथ खड़ा रहेगा। प्रधानमंत्री जी जो महिलाओं पर रोज रोज अत्याचार हो रहा है उस पर बोले, रोजगार पर बोले, जो कल यहाँ विश्वविद्यालय में हुआ इस पर बोले। किसकी सरकार ने पीटा उन बच्चों को, इन चीजों पर बोले प्रधानमंत्री जी। इस तो पहला राहुल गांधी ने भी ट्वीट करदियां शांतमई रोस प्रदर्शनों का समर्थन किया। तो बीजेपी कांग्रेस ते इल्जाम ला रही है कि देश नूं बरगलाउण लई कांग्रेस बिल नूं गैर संविधानक दस रही है। बहुमत के वोटिंग के साथ ये CAB-CAA बना, अर्थात ये बिल एक्ट बना। उसको गैर कानूनी कहना, उसको इलीगल कहना, उसको अनकॉन्स्टिट्यूशनल कहना, ये कहीं ना कहीं देश को बरगलाने की कोशिश है ऑपोजिशन द्वारा। ये कहीं ना कहीं भ्रम की स्थिति पैदा करने की कोशिश है। बंधुगण, विपक्ष संसद में तो हार गई। संसद में विपक्ष के पास संख्या नहीं थी, बहुमत के साथ यह बिल पारित हुई, किंतु सड़क में जिस प्रकार की उद्दंडता को हवा देने का काम यह विपक्ष कर रही है, जिस प्रकार की अनुशासनहीनता को सड़क पर यह विपक्ष बढ़ावा दे रही है, कहीं ना कहीं यह कहना अतिशयोक्ति नहीं होगा, दिस इज एन इर्रेस्पॉन्सिबल ऑपोजिशन। यह ऑपोजिशन इर्रेस्पॉन्सिबल है, इसमें रेस्पॉन्सिबिलिटी और जिम्मेदारी नामक चीज नहीं है। यह बहुत ही निंदनीय है। Being the government or being the opposition, responsibility is something which every party should possess. उधर जामिया यूनिवर्सिटी की VC ने पुलिस नूं कसूरवार दसदियां पुलिस ते जबरदस्ती अंदर वड़ के बुरी तरह भन्न तोड़ करने के इल्जाम लाए। हालांकि पुलिस भी जांच का भरोसा दे रही है। बहुत लाठी मारी है और चीजें तोड़ी हैं, डराने के लिए भी तोड़ा होगा, बट हर चीज टूट चुकी है वहाँ की। और जिस तरह से वो बच्चों के बर्बरता के साथ उनको डराया गया है, वो चीज एक्सेप्टेबल नहीं है। जामिया को अपने कैंपस में बिना इजाजत के पुलिस का एंट्री बर्दाश्त नहीं है। मैं आप लोग से जो चाहती हूँ, हमने अपनी EC की मीटिंग बुलाई है। हमारे जो इधर खड़े हुए हैं लोग, बैठने की जगह नहीं है, वो सब हमारी एग्जीक्यूटिव काउंसिल के मेंबर्स हैं, जो डिसीजन मेकिंग बॉडी है। उसने जो सारी बातें सुनने के बाद कुछ कंक्लूजन निकाला है कि एक तो हमारी यूनिवर्सिटी का डैमेज बहुत हुआ है, बहुत चीजें टूटी हैं। दिस इज
ये रास्ते पे हैं चीज़ें। ठीक है, हमारी यूनिवर्सिटी में अनफॉर्चुनेटली बीच में से सड़क जाती है और रास्ता है इधर उधर यूनिवर्सिटी है, बट इसका मतलब ये नहीं कि हमारे यहाँ के अंदर आके और चीज़ें तोड़ी जाएं और बिल्डिंग्स के अंदर भी तोड़ी जाएं। ये सब नहीं एक्सेप्टेबल है और बहुत लॉस हुआ है, तो ये इस लॉस की भरपाई कैसे होगी? जैसे हमने इनको पीछे पुश करना शुरू किया कि रोड से पुश करना शुरू किया, दोनों साइड से जब पथराव हो रहा था तो उस समय जो टीयर गैस वगैरह यूज हुई है उसमें जैसे भी रॉडीज जो भी एलिमेंट्स मिसक्रिएंट्स हैं वो जैसे अंदर गए हैं, कुछ चेज करते हुए पीछे पुलिस वाले गए हैं उनको चेज करने निकालने के लिए, क्योंकि पथराव वगैरह बहुत हो रहा था। उसकी वही है कि एक डिटेल्ड इन्वेस्टिगेशन हम भी कर रहे हैं। और सेकंड जो आपने बताया कि रेजिडेंट्स, उसमें कुछ रेजिडेंट्स भी थे, उनका भी हम आइडेंटिफाई भी कर रहे हैं और उनके खिलाफ एक्शन भी लेंगे। एस्पेक्ट हम जितने भी वीडियोस हैं, मैंने आपको कुछ वीडियोस अभी जिक्र किया है, बाकी हम तमाम जितने वीडियोस हैं ये सारे हमारी इन्वेस्टिगेशन का पार्ट होंगे। लेकिन वही है कि अभी मैं आपके माध्यम से फिर दोबारा यही कहना चाहूंगा कि जितने भी स्टूडेंट्स हैं ये चिंता ना करें, घबराएं मत और किसी बहकावे में मत आए। जो हमारा एक पुलिस पर्सन है वो आईसीयू में है और इनके जो प्रोटेस्टर्स हैं इनके 39 की एमएलसी बनी है और इसमें ज्यादातर अभी आउट ऑफ डेंजर है, लेकिन एग्जैक्ट जो फिगर है वो हम आपसे शेयर करेंगे। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦੇ ਖਿਲਾਫ ਰੋਸ ਮਾਰਚ ਕੱਢਿਆ। ਮਮਤਾ ਬੈਨਰਜੀ ਨੇ ਵੀ ਇਸ ਕਾਨੂੰਨ ਨੂੰ ਦੇਸ਼ ਦੇ ਸੰਵਿਧਾਨ ਖਿਲਾਫ ਦੱਸਿਆ। ਇਸ ਤੋਂ ਪਹਿਲਾਂ ਐਤਵਾਰ ਦਿੱਲੀ ਦੀ ਜਾਮੀਆ ਯੂਨੀਵਰਸਿਟੀ ਅਤੇ ਉੱਤਰ ਪ੍ਰਦੇਸ਼ ਦੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬਿੱਲ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਸਨ। ਦਿੱਲੀ 'ਚ ਵਿਦਿਆਰਥੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ, ਜਿਨ੍ਹਾਂ ਬਿੱਲ ਖਿਲਾਫ ਹੋ ਰਹੇ ਰੋਸ ਪ੍ਰਦਰਸ਼ਨਾਂ ਨੂੰ ਹੋਰ ਵੀ ਹਵਾ ਦਿੱਤੀ। ਪਰ ਇਸ ਸਭ ਵਿੱਚ ਬੀਜੇਪੀ ਬਿੱਲ ਨੂੰ ਸੰਵਿਧਾਨਕ ਦੱਸ ਰਹੀ ਹੈ। ਬੀਜੇਪੀ ਦਾ ਤਰਕ ਹੈ ਕਿ ਬਿੱਲ ਕਿਸੇ ਵੀ ਨਾਲ ਭੇਦਭਾਵ ਨਹੀਂ ਕਰਦਾ। ਹੁਣ ਰੁਕਦੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ। ਹੁਣ ਜਾਣਦੇ ਹਾਂ ਮੋਦੀ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ ਦੇ ਬਾਰੇ। ਇਹ ਹੈ ਕਿ ਇਸ ਕਾਨੂੰਨ ਤੇ ਵਿਵਾਦ ਕਿਉਂ ਹੈ, ਇਸ ਕਾਨੂੰਨ ਦੇ ਨਾਲ ਐਨਆਰਸੀ ਨੂੰ ਕਿਉਂ ਜੋੜਿਆ ਜਾ ਰਿਹਾ ਹੈ। ਇਹਨਾਂ तमाम ਸਵਾਲਾਂ ਦੇ ਜਵਾਬ ਦੇ ਰਹੀ ਹੈ ਇਹ ਰਿਪੋਰਟ। ਨਾਗਰਿਕਤਾ ਸੋਧ ਬਿੱਲ ਸ਼ੁਰੂ ਹੋਣ ਤੋਂ ਹੀ ਵਿਵਾਦਾਂ 'ਚ ਰਿਹਾ ਹੈ। ਵਿਵਾਦ ਇਹ ਹੈ ਕਿ ਬਿੱਲ 'ਚ ਬਕਾਇਦਾ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਸਣੇ 6 ਘੱਟ ਗਿਣਤੀ ਧਰਮਾਂ ਦਾ ਨਾਂ ਦਿੱਤਾ ਗਿਆ ਹੈ ਅਤੇ ਮੁਸਲਮਾਨਾਂ ਦਾ ਨਾਂ ਇਸ ਵਿੱਚ ਨਹੀਂ ਹੈ। ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਸਰਕਾਰ ਮੁਸਲਮਾਨਾਂ ਨੂੰ ਬਾਹਰ ਰੱਖਣ ਲਈ ਇਹ ਬਿੱਲ ਲਿਆਈ ਹੈ, ਜੋ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ। ਸਰਕਾਰ ਦੀ ਦਲੀਲ ਹੈ ਕਿ ਇਹਨਾਂ 3 ਮੁਲਕਾਂ 'ਚ ਮੁਸਲਮਾਨ ਬਹੁ ਗਿਣਤੀ ਨੇ ਅਤੇ ਘੱਟ ਗਿਣਤੀਆਂ ਨੂੰ ਹੀ ਭਾਰਤ ਦੀ ਸਹਾਇਤਾ ਦੀ ਲੋੜ ਹੈ। ਇਸ ਬਿੱਲ ਦੇ ਵਿੱਚ ਬੰਗਲਾਦੇਸ਼, ਅਫਗਾਨਿਸਤਾਨ ਅਤੇ ਪਾਕਿਸਤਾਨ ਸ਼ਾਮਲ ਨੇ। ਘੱਟ ਗਿਣਤੀ ਭਾਈਚਾਰੇ ਨੂੰ ਨਾਗਰਿਕਤਾ ਦੇਣ ਦਾ ਪ੍ਰਸਤਾਵ ਹੈ। ਹਿੰਦੂ, ਬੋਧੀ, ਜੈਨ, ਪਾਰਸੀ, ਈਸਾਈ ਅਤੇ ਸਿੱਖ ਇਸ ਬਿੱਲ 'ਚ ਸ਼ਾਮਲ ਨੇ। ਇਹਨਾਂ ਧਰਮਾਂ ਦੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਗੱਲ ਆਖੀ ਗਈ ਹੈ। ਨਾਗਰਿਕਤਾ ਲੈਣ ਲਈ 11 ਸਾਲ ਭਾਰਤ 'ਚ ਰਹਿਣਾ ਜ਼ਰੂਰੀ ਸੀ। ਘੱਟ ਗਿਣਤੀ ਭਾਈਚਾਰਿਆਂ ਲਈ ਹੁਣ ਸਮਾਂ 6 ਸਾਲ ਦਾ ਹੋਵੇਗਾ। ਨਾਗਰਿਕਤਾ ਐਕਟ 1955 'ਚ ਕੁਝ ਸੋਧ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਨਾਗਰਿਕਤਾ ਦੇਣ ਲਈ ਉਹਨਾਂ ਦੀ ਕਾਨੂੰਨੀ ਮਦਦ ਕੀਤੀ ਜਾ ਸਕੇ। ਮੌਜੂਦਾ ਕਾਨੂੰਨ ਦੇ ਤਹਿਤ ਭਾਰਤ 'ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਲੋਕਾਂ ਨੂੰ ਨਾਗਰਿਕਤਾ ਨਹੀਂ ਮਿਲ ਸਕਦੀ ਅਤੇ ਉਹਨਾਂ ਨੂੰ ਵਾਪਸ ਉਹਨਾਂ ਦੇ ਮੁਲਕ ਭੇਜਣ ਜਾਂ ਹਿਰਾਸਤ ਵਿੱਚ ਰੱਖਣ ਦਾ ਪ੍ਰੋਵੀਜ਼ਨ ਹੈ। ਨਾਗਰਿਕਤਾ ਸੋਧ ਬਿੱਲ ਤੇ ਵੱਡਾ ਵਿਵਾਦ ਪੈਦਾ ਹੋ ਰਿਹਾ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਬਿੱਲ ਮੁਸਲਮਾਨਾਂ ਦੇ ਖਿਲਾਫ ਹੈ। ਬਿੱਲ ਭਾਰਤੀ ਸੰਵਿਧਾਨ ਦੇ ਆਰਟੀਕਲ 14 ਦਾ ਉਲੰਘਣ ਹੈ। ਇਸ ਬਿੱਲ ਰਾਹੀਂ ਧਰਮ ਦੇ ਆਧਾਰ ਤੇ ਭੇਦਭਾਵ ਹੋਵੇਗਾ। ਬਿੱਲ ਤੇ ਵਿਵਾਦ ਬਾਅਦ ਹੁਣ ਦੇਸ਼ ਦੇ ਕਈ ਹਿੱਸਿਆਂ 'ਚ ਵਿਰੋਧ ਵੀ ਹੋ ਰਿਹਾ ਹੈ। ਭਾਰਤ ਦੇ ਪੂਰਬੀ ਉੱਤਰ ਸੂਬਿਆਂ 'ਚ ਬਿੱਲ ਦਾ ਵਿਰੋਧ ਹੋ ਰਿਹਾ ਹੈ। ਅਸਾਮ, ਮੇਘਾਲਿਆ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ 'ਚ ਬਿੱਲ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਇਹ ਸੂਬੇ ਬੰਗਲਾਦੇਸ਼ ਦੀ ਸਰਹੱਦ ਦੇ ਬੇਹੱਦ ਨਜ਼ਦੀਕ ਨੇ। ਬੰਗਲਾਦੇਸ਼ ਤੋਂ ਮੁਸਲਮਾਨ, ਹਿੰਦੂ ਇਹਨਾਂ ਸੂਬਿਆਂ 'ਚ ਆ ਕੇ ਵਸੇ ਹੋਏ ਨੇ।
ਮੋਦੀ ਸਰਕਾਰ ਤੇ ਇਲਜ਼ਾਮ ਹੈ ਕਿ ਹਿੰਦੂ ਵੋਟਰਾਂ ਨੂੰ ਆਪਣੇ ਪੱਖ 'ਚ ਕਰਨ ਦੀ ਕੋਸ਼ਿਸ਼ 'ਚ ਪ੍ਰਵਾਸੀ ਹਿੰਦੂਆਂ ਲਈ ਭਾਰਤ ਦੀ ਨਾਗਰਿਕਤਾ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਸਰਕਾਰ ਬਿੱਲ ਦੇ ਬਹਾਨੇ NRC ਲਿਸਟ ਤੋਂ ਬਾਹਰ ਹੋਏ ਗੈਰ ਕਾਨੂੰਨੀ ਹਿੰਦੂਆਂ ਨੂੰ ਭਾਰਤੀ ਨਾਗਰਿਕਤਾ ਦੇ ਰਹੀ है। ये बिल सीधा सीधा NRC से जुड़ा हुआ है और NRC के साथ भाजपा क्या राजनीति करना चाहती है ये सब पूरा देश समझता है। ये बिल असम में जो NRC में बीजेपी की जो नाकामयाबी हुई है उसको छुपाने के लिए ये एक अवसर है। असम में जो NRC कांग्रेस की सरकार लाई थी सुप्रीम कोर्ट के मॉनिटरिंग के तहत असम अकॉर्ड के नियम के अनुसार, लेकिन जब वहां पे भाजपा की सरकार आई, केंद्र में 2014 की भाजपा सरकार आई, तो असम में सबसे पहले 40 लाख लोग NRC से वंचित हुए और बाद में 19 लाख लोग वंचित हुए। बार बार कहा गया माननीय गृह मंत्री जी की ओर से कि NRC अलग है, CAB अलग है। नहीं साहब, अलग नहीं है। NRC में पैदा हुई दिक्कतों ने आपको प्रेरित किया कि एक ऐसा बिल लेके आओ कि अपनी कमजोरियों को छुपा लो। कमाल का बिल है। गुरखा कहां गए? कौन लोग हैं वो? स्टेटलेस सिटीजन का क्या करोगे? बांग्लादेश की प्रीमियर कहती है कि हमको प्रधानमंत्री जी ने भरोसा दिया है। किसकी बात माने? उनकी बात माने, आपकी बात माने, किनकी बात माने? सर बस एक आधा सेकंड सर। ऑथेंटिकेशन कॉस्ट भी बहुत है सर। सुना है 16-17 करोड़ लग गए। पूरे देश में कराइएगा NRC तो 4,26,000 करोड़ लगेंगे सर। उतने में आप अपने एजुकेशन को इतनी खूबसूरत बना लेंगे कि दुनिया की बुलंदियों तक पहुंचेंगे। सर एक आखिरी टिप्पणी करा, आखिरी टिप्पणी सर आखिरी 30 सेकंड सर। जब अभी हम राज्यसभा में बैठ के चर्चा कर रहे होंगे, क्योंकि आजकल इतिहास कल्पनाओं पे चलता है, कई बड़े बड़े मंत्री साहब कहते हैं कि ऐसा ना हुआ होता, वैसा हुआ होता। सर एक ऊपर में शोक सभा हो रही होगी, अगर स्वर्ग नाम की कोई जगह है और वहां सर वहां सर बापू को जिन्ना आके कहेंगे, लोग कहते हैं ना कि क्या हुआ, लड़का है लड़की, कहेंगे आपको इजराइल हुआ है। हमने इजराइल के मॉडल को फॉलो कर लिया है सर। वो हमारे मुल्क के लिए, इस महासागर के लिए, इसको तालाब मत बनाइए सर। हाथ जोड़ के विनती करता हूं, हाथ जोड़ के विनती करता हूं, रुक जाइए। मेजॉरिटी का बेहतर इस्तेमाल कीजिए। कुछ बड़े अनुभवी लोग, कानून की जानकारी रखने वाले लोग ने बहुत बड़ी बड़ी बात की। हमारे माननीय गृह मंत्री से पूछा गया कि क्या देश के कानून विभाग ने आपके बिल को वेट किया है? सर आपके आशीर्वाद से मैं भी इस सदन का वर्षों तक सदस्य रहा हूं, इधर भी रहा हूं, उधर भी रहा हूं, लेकिन कभी ऐसा सवाल मैंने नहीं सुना सर। तो सर मैं इस सदन को बहुत विनम्रता से कहना चाहूंगा, मैं नरेंद्र मोदी सरकार का कानून मंत्री हूं। हमारी सरकार के सारे बिल कानून विभाग के द्वारा वेट करके ही लाए जाते हैं। अब उनके कुछ दूसरा अनुभव होगा तो मुझे कुछ नहीं कहना है। और ये बिल भी सर हमारे कानून विभाग ने, लेजिस्लेटिव विभाग ने विस्तार से देखा है और इसको संवैधानिक पाया है। तब उसके बाद ये बिल कैबिनेट ने पास किया और सदन के सामने में ये उठाया। दरअसल मोदी सरकार पिछले कार्यकाल च भी ये बिल लैके आई सी। बिल लोक सभा च पास हो गया सी, पर राज्य सभा च सरकार बिल नूं पास नहीं करवा सकी सी, क्योंकि एक ही सरकार के कार्यकाल दौरान ये बिल दोवां सदनां तो पास होकर राष्ट्रपति की मंजूरी लई नहीं पहुंच सकिया सी। इसलिए इस बिल नूं मुड़ लिआंदा गया। फिलहाल दे लई इन्हां ही देश दुनिया दी तमाम खबरां वेखण लई तुसीं वेखदे रहो ABP सांझा।